ਜਦੋਂ ਉਹ 9 ਸਾਲ ਦੀ ਉਮਰ ਦੇ ਵਿੱਚ ਸਨ। ਗੁਰੂ ਪਿਤਾ ਦਾ ਕੱਟਿਆ ਹੋਇਆ ਸੀਸ ਉਹਨਾਂ ਨੇ 9 ਸਾਲ ਦੀ ਉਮਰ ਦੇ ਵਿੱਚ ਹੀ ਵੇਖ ਲਿਆ ਸੀ। ਵਕਤ ਸੀ ਸਮੇਂ ਸਮੇਂ ਅਨੁਸਾਰ ਕਦੇ ਸਰਕਾਰਾਂ ਨੇ ਹਮਲੇ ਕਰ ਦਿੱਤੇ, ਫਿਰ ਕੁਝ ਸਮਾਂ ਟਿਕ ਗਏ। ਗੁਰੂ ਸਾਹਿਬ ਨੂੰ ਉਸ ਸਮੇਂ ਦੇ ਵਿੱਚ ਕੁਝ ਨਵਾਂ ਕਰਨ ਦਾ ਮੌਕਾ ਮਿਲ ਗਿਆ, ਕਿਉਂਕਿ ਉਹ ਸਰਕਾਰਾਂ ਸੀ ਨਾ ਜਿਹੜੀਆਂ ਉਹ ਮਗਰ ਪਈਆਂ ਹੋਈਆਂ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰੋ, ਖਤਮ ਕਰਨ 'ਤੇ ਤੁਰੀਆਂ ਸੀ। ਕਿਉਂ ਤੁਰੀਆਂ ਸੀ? ਕਿਉਂਕਿ ਆਮ ਵਰਗ ਨੂੰ ਪੈਰਾਂ ਦੇ ਹੇਠੋਂ ਬਾਹਰ ਕੱਢ ਕੇ ਸਾਹਮਣੇ ਲਿਆ ਕੇ ਖੜੇ ਕਰ ਦਿੱਤਾ ਸੀ। ਜਿਨ੍ਹਾਂ ਲੋਕਾਂ ਦੇ ਹੱਕ ਮਾਰੇ ਸੀ ਸਰਕਾਰਾਂ ਨੇ, ਗੁਰੂ ਨੇ ਉਹ ਹੱਕ ਲੋਕਾਂ ਨੂੰ ਦਿੱਤੇ ਨੇ। ਜਿਨ੍ਹਾਂ ਲੋਕਾਂ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਆਵਾਜ਼ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ। ਜਿਨ੍ਹਾਂ ਲੋਕਾਂ ਦੀਆਂ ਜ਼ੁਬਾਨਾਂ ਬੰਦ ਕੀਤੀਆਂ ਸੀ ਸਰਕਾਰਾਂ ਨੇ, ਗੁਰੂ ਨੇ ਉਹਨਾਂ ਨੂੰ ਬੋਲਣ ਲਾ ਦਿੱਤਾ ਸੀ। ਜਿਨ੍ਹਾਂ ਲੋਕਾਂ ਨੂੰ ਸਰਕਾਰਾਂ ਨੇ ਗੂੰਗੇ, ਬਹਿਰੇ, ਅੰਨੇ, ਬੋਲੇ ਬਣਾ ਕੇ ਰੱਖ ਦਿੱਤਾ ਸੀ ਨਾ, ਗੁਰੂ ਸਾਹਿਬ ਨੇ ਉਹਨਾਂ ਨੂੰ ਬੋਲਣਾ ਸਿਖਾਇਆ, ਵੇਖਣਾ ਸਿਖਾਇਆ, ਚੱਲਣਾ ਸਿਖਾਇਆ। ਉਹਨਾਂ ਨੂੰ ਆਪਣੇ ਬਰਾਬਰ ਖੜਿਆਂ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਨੇ। ਇਹ ਇੱਥੋਂ ਤੱਕ ਦਾ ਮਾਣ ਸਤਿਕਾਰ ਦਿੱਤਾ ਗੁਰੂ ਨੇ। ਇਹ ਤਾਂ ਸਰਕਾਰਾਂ ਮਗਰ ਪੈ ਗਈਆਂ ਕਿ ਜੇ ਇਸੇ ਤਰ੍ਹਾਂ ਹੀ ਲੋਕ ਧੜਾ ਧੜ ਇਕੱਠੇ ਹੋਣੇ ਸ਼ੁਰੂ ਹੋ ਗਏ, ਜੇ ਏਕਤਾ ਦੇ ਵਿੱਚ ਸਾਰੇ ਲੋਕ ਸਾਹਮਣੇ ਆ ਗਏ, ਸਾਡੇ ਸਰਕਾਰਾਂ ਨੂੰ ਖਤਰਾ ਹੈ, ਸਾਡੀਆਂ ਰਾਜਗੱਦੀਆਂ ਨੂੰ ਖਤਰਾ ਹੈ। ਇਹ ਖਤਰਾ ਸੀ ਇਹਨਾਂ ਵਾਸਤੇ, ਤਾਂ ਹੀ ਉਹ ਮਗਰ ਪਏ ਹੋਏ ਸੀ। ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਸ਼ਹਾਦਤ ਹੋਈ, ਕੱਟਿਆ ਹੋਇਆ ਸੀਸ ਗੁਰੂ ਗੋਬਿੰਦ ਸਿੰਘ ਨੇ 9 ਸਾਲ ਦੀ ਉਮਰ ਦੇ ਵਿੱਚ ਵੇਖ ਲਿਆ ਸੀ ਨਾ। ਉਸ ਤੋਂ ਬਾਅਦ ਜੰਗਾਂ ਸ਼ੁਰੂ ਹੋ ਗਈਆਂ ਸੀ ਗੁਰੂ ਗੋਬਿੰਦ ਸਿੰਘ ਦੀਆਂ। ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਜੰਗ ਹੋਇਆ, ਪਾਉਂਟਾ ਸਾਹਿਬ ਦਾ ਜੰਗ ਹੋਇਆ। ਇਸ ਤਰੀਕੇ ਨਾਲ 14 ਜੰਗਾਂ ਹੋਈਆਂ ਲਗਾਤਾਰ। ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਵਿੱਚ 14 ਜੰਗਾਂ ਲੜੀਆਂ। ਪਰ ਉਹ ਕੁਝ ਸਮਾਂ ਜੰਗ ਹੁੰਦੀ ਸੀ, ਕੁਝ ਸਮਾਂ ਟਿਕ ਜਾਂਦੇ ਸੀ, ਫਿਰ ਕੁਝ ਸਮਾਂ ਜੰਗ ਹੁੰਦੀ ਸੀ। ਮੁਗਲ ਆਪੋ ਆਪਣੇ ਕੰਮਾਂ 'ਚ ਪੈ ਜਾਂਦੇ ਸੀ, ਕੁਝ ਸਮੇਂ ਬਾਅਦ ਤੇ ਸ਼ਾਂਤੀ ਜਿਹੀ ਬਣੀ ਰਹਿੰਦੀ ਸੀ। ਗੁਰੂ ਸਾਹਿਬ ਨੂੰ ਉਸ ਕੰਮ ਦੇ ਵਿੱਚ, ਉਸ ਸਮੇਂ ਦੇ ਵਿੱਚ ਕੁਝ ਨਵਾਂ ਕੁਝ ਕਰਨ ਦਾ ਮੌਕਾ ਮਿਲਦਾ ਗਿਆ। ਪਰ ਹੁਣ ਆਹ ਵਕਤ ਆ ਗਿਆ ਜਦੋਂ ਸੰਨ 1704 ਦਾ ਉਹ ਦਿਨ ਸੀ, ਉਹ ਸੰਨ ਸੀ ਕਿ ਹੁਣ ਸਰਕਾਰਾਂ ਨਾ ਇੱਕ ਵਾਰ ਹੱਥ ਧੋ ਕੇ ਮਗਰ ਪੈ ਗਈਆਂ। ਹੁਣ ਨਹੀਂ ਉਹਨਾਂ ਨੇ ਪਿੱਛੇ ਹੋ ਕੇ ਵੇਖਿਆ। ਪਹਿਲਾਂ ਸੀ ਸਰਕਾਰਾਂ ਹਮਲਾ ਕੀਤਾ, 2-4 ਮਹੀਨੇ 5 ਮਹੀਨੇ ਫਿਰ ਪਰੇ ਇੱਧਰ ਉੱਧਰ ਹੋ ਗਈਆਂ। ਫਿਰ ਹਮਲਾ ਜਿਹਾ ਹੋਇਆ, 1 ਅੱਧਾ 2 ਦਿਨ 5 ਦਿਨ, ਹਫ਼ਤਾ ਚੱਲੀ ਜੰਗ, ਮਹੀਨਾ ਚੱਲੀ ਜੰਗ, ਫਿਰ ਉਹ ਕੁਝ ਸਮੇਂ ਬਾਅਦ ਸਰਕਾਰਾਂ ਇੱਧਰ ਉੱਧਰ ਹੋ ਜਾਂਦੀਆਂ ਰਹੀਆਂ। ਬੜਾ ਮੌਕਾ ਮਿਲ ਜਾਂਦਾ ਰਿਹਾ। ਪਰ ਹੁਣ ਇਹਨਾਂ ਨੇ ਜਦੋਂ ਤੋਂ ਅਨੰਦਪੁਰ ਨੂੰ ਛੱਡਿਆ ਏ, ਗੁਰੂ ਸਾਹਿਬ ਦੇ ਮਗਰ ਹੱਥ ਧੋ ਕੇ ਮੁਗਲ ਸੈਨਾ ਪੈ ਗਈ। ਹੁਣ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿਓ। ਹੁਣ ਫੌਜਾਂ ਬਦਲ ਕੇ ਆ ਰਹੀਆਂ ਨੇ ਵਿੱਚੋਂ। ਹੁਣ ਸਮਾਂ ਨਹੀਂ ਦਿੱਤਾ ਗੁਰੂ ਨੂੰ ਕਿ ਇਹਨਾਂ ਨੂੰ ਕਿਤੇ ਟਿਕ ਕੇ ਬੈਠਣ ਦਿੱਤਾ ਹੋਵੇ, ਵਕਤ ਹੀ ਨਹੀਂ ਦਿੱਤਾ। ਹੁਣ ਅਨੰਦਪੁਰ ਤੋਂ ਬਾਹਰ ਨਿਕਲੇ, ਪਰਿਵਾਰ ਸਾਰਾ ਸਰਸਾ ਨਦੀ ਦੇ ਕੰਢੇ ਤੱਕ ਪਹੁੰਚਦਾ ਖੇਰੂ ਹੋ ਗਿਆ। ਕੁਝ ਦਾ ਕੋਈ ਪਤਾ ਨਾ ਲੱਗਾ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਕਿ ਦਿੱਲੀ ਵੱਲ ਨੂੰ ਜਾ ਪਹੁੰਚੇ, ਪੜਾਅ ਬਣ ਗਏ। ਤੇ ਉਸ ਤੋਂ ਬਾਅਦ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ, 2 ਛੋਟੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਦੇ ਨਾਲ ਜੰਗਲਾਂ ਬੇਲਿਆਂ ਦੇ ਵਿੱਚੋਂ ਦੀ ਹੁੰਦੇ ਹੋਏ ਖੇੜੀ ਪਿੰਡ ਨੂੰ ਜਾ ਪਹੁੰਚੇ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ, ਸਿੰਘਾਂ ਦੇ ਨਾਲ, ਉਹ ਕੋਟਲਾ ਨਿਹੰਗ ਖਾਂ ਦੇ ਵਿੱਚੋਂ ਦੀ ਹੁੰਦੇ ਹੋਏ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ। ਚਮਕੌਰ ਦੀ ਸਰਸਾ ਦੇ ਪਰਿਵਾਰ ਸਾਰਾ ਵਿਛੋੜਾ ਪੈ ਗਿਆ। ਅੱਲਾ ਯਾਰ ਖਾਂ ਜੋਗੀ ਨੇ ਇਹ ਵੀ ਗੱਲ ਕਹੀ ਸੀ, ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, डूबे हुए सरसा में प्यारे नजर आए, जे देख के बिगड़े हुए सारे नजर आए, बिफरे हुए सतगुर के दुलारे नजर आए। कहते हैं इजाजत नहीं है हमें रन की, मिट्टी तक उड़ा सकते हैं दुश्मन के चमन की। गुरु पातशाह ने कुछ ਸਿੰਘਾਂ ਨੂੰ ਆਸਾ ਕੀ ਵਾਰ ਵਾਲੇ ਪਾਸੇ ਜੋੜਿਆ, ਕੁਝ ਸਿੰਘਾਂ ਨੂੰ ਜੰਗਾਂ ਵਾਲੇ ਪਾਸੇ ਜੋੜਿਆ। ਸਾਰਿਆਂ ਨੂੰ ਉੱਥੇ ਵੀ ਜੰਗ ਵਾਸਤੇ ਨਹੀਂ, ਕਿਉਂਕਿ ਗੁਰੂ ਸਾਹਿਬ ਦਾ ਸਫ਼ਰ ਲੰਬਾ ਸੀ। ਗੁਰੂ ਸਾਹਿਬ ਜਿਹੜਾ ਟਾਰਗੇਟ ਲੈ ਕੇ ਬੈਠੇ ਸੀ ਨਾ, ਉਹ ਬਹੁਤ ਵੱਡਾ ਸੀ। ਪਾਤਸ਼ਾਹ ਜੀ ਉੱਥੋਂ ਕੋਟਲਾ ਨਿਹੰਗ ਖਾਂ ਤੋਂ ਹੁੰਦੇ ਹੋਏ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ। ਬੁੱਧੀ ਚੰਦ ਰਾਵਤ ਦੀ ਉਹ ਗੜੀ ਸੀ। ਗੁਰੂ ਸਾਹਿਬ ਨੇ ਉਸ ਜਗ੍ਹਾ ਦੇ ਉੱਪਰ ਟਿਕਾਣਾ ਕੀਤਾ ਆਪਣੇ ਸਿੰਘਾਂ ਦੇ ਨਾਲ। ਬੁੱਧੀ ਚੰਦ ਰਾਵਤ ਨੂੰ ਦੋਨੇ ਹੱਥ ਜੋੜ ਕੇ
बुद्धि चंद ने कहा, पातशाह मेरे धन भाग तुसीं अपने जथे दे नाल मेरी हवेली दे विच आए हो। मेरी ये गढ़ी है कि कच्ची है, पर मेरे वालों ये तुछ भेटा प्रवान कर लवो। पातशाह ने उन्होंने सीने नाल लाया, प्यार दिता। सारे सिंघां ने उस जगह के उपर उतारा किया। इलाके के कुछ लोगों के विच बड़ा प्यार जागया। चमकौर के इलाके विच लोगों ने वस्त्र लिया के दिते गुरु नूं, लोगों ने अन्न लिया के दिता गुरु नूं, रसदां लिया के दित्तियां गुरु नूं, क्योंकि गुरु साहब का जथा जिहड़ा सी पिछों भुखण भाणे चमकौर की गढ़ी वाल नूं वध रहा सी। जदों उत्थों तक पहुंचे ने, जख्मी हालात दे विच ने, कईयां दी हालात तरसयोग बन चुकी सी, कपड़े पाड़ चुके सन, जख्मी हो चुके सन, भुखण भाणे सन, लंबा सफ़र सी। उस लंबे सफ़र दे विचों गुरु गोबिंद सिंह सच्चे पातशाह जी हुण पहुंचे ने बुद्धि चंद रावत की गढ़ी दे विच। गुरु साहब ने कुछ सिंघां दी ड्यूटी लाइयां, जिन्हां दा इलाज होना सी, इलाज किया। कुछ सिंघां ने आराम वास्ते कहा कि आराम करना, कई ने आराम किया। कुछ ने देग चाड़ लई, लंगर तैयार किया, भोजन आपदा तैयार करना शुरू किया। भोजन बन गया, छकन की जो तैयारी कर लगे, कुछ ने छक लिया, कुछ फिर रह गए। उधरों मलेर कोटले तो नाहर खां अपनी सैना लैके चमकौर की गढ़ी के आले दुआले ने घेरा पा लिया। उधरों रोपड़ के वाले पासों सूबेदार ने आके, जरनैलों ने आके, उन्होंने भी आके चमकौर की गढ़ी के आले दुआले घेरा पा लिया, क्योंकि हुण समा नहीं सी हैगा। हुण इन्होंने मौका ही नहीं दिता गुरु नूं कि ये गुरु हुण कुछ दूजा काम कर लवे, क्योंकि पहला तो वक्त मिलता रहा, हुण नहीं वक्त दिता इन्होंने। हुण सैना बदल बदल के आउंदी रही, खाली नहीं छड्डिया कोई भी जगह। हुण आले दुआले घेराबंदी कर ली। गुरु साहब नूं पता लगा, सारिਆਂ ने ਸਿੰਘਾਂ ਦੇ मोर्चे चमकौर की गढ़ी दे विच, चमकौर की गढ़ी तक आनंदपुर तो निकले सन 500 ਸਿੰਘਾਂ का जथा सी। आनंद सरसा नदी ते पहुंचे, 350 पौने 400 के करीब सिंह इत्थे सरसा नदी के कंढे ते शहीद होया। पिछे किन्ने क बच गए, विरले टावें। सरसा नदी तो जो पार लंघे, उदों कुछ सिंह उदां ही रुड़ रड़ गए, कईयां नूं पता ही नहीं लगा। परिवार फेरू फेरू हो गया, टुट गए, कोई किसी पासे निकल गया, कोई किसी पासे निकल गया। कुछ भाई मणी सिंह माता साहब कौर लैके दिल्ली वाल, माता गुजर कौर जी छोटे साहबजादे लैके खेड़ी वाल, साहबजादे वड्डे बाबा अजीत सिंह, बाबा जुझार सिंह, गुरु गोबिंद सिंह के नाल वो कोटला निहंग खां दे विच, क्योंकि अगे तक आउंदे 500 के विचों कुछ रह गए। कुछ तो हुण गढ़ी तक पहुँचदियां, चमकौर तक पहुँचदियां गिणती दे 45 सिंह सन। 45। गुरु साहब नूं जदों पता लगा ना कि मुगलों ने आके घेरा पा लिया, सारे सिंघां नूं ऐलान किया, सावधान हो जाओ, चेतन कर दिता सारिਆਂ नूं, सुचेत हो जाओ। मोर्चे तैयार कर दिते गए। 45 सिंह सन, 8 ਸਿੰਘਾਂ ਦੇ जथे बनाए, 5 जथे बना दिते गए, 5 जंगां के उपर तैनात कर दिते गए। 40 कुछ सिंह गुरु गोबिंद सिंह के नाल रहे, दोने साहबजादे नाल, उन्हां दे भाई दया सिंह जी, भाई मोहकम सिंह ते भाई धर्म सिंह ते गुरु गोबिंद सिंह आप, ये गुरु गोबिंद सिंह के नाल रहे। एक जगह के उपर उन्होंने टिकाणा किया। हुण वक्त सी, बाहर हुण घेराबंदी शुरू हो गई है। नाहर खां ने घोड़े के उपर खड़ा ललकारे मार रहा है, जा अली के नारे गूंज रहे हैं। हफड़ा दफड़ी पूरी मची पई आले दुआले। हुण एक तरह ना हुण वो माहौल सी खतरनाक कि उन्हां दे अंदर ये सी, नाहर खां ये चाहुंदा सी कि किसी ना किसी तरह जाके मैं गुरु नूं पकड़ लवां। उन्होंने ये सी कि अंदर किते किन्ने सिंह होणगे। उन्होंने उन्हां दा ये भुलेखा दूर करने वास्ते 2 ਸਿੰਘਾਂ की ड्यूटी लाई सी गुरु गोबिंद सिंह ने, धर्म सिंह ते भाई आलम सिंह नचणे दी। उन्होंने कहा सी तुसीं बस जकारियां ते जोर देना, क्योंकि जकारे दे विच ना असर है। जकारा जो एक बार गूंजा जाता है ना, वो जकारे का जो जवाबी मिलता है, बोले सोने हाल, जो जवाब मिलता ना सत श्री अकाल, वो सत श्री अकाल दे विच वो इन्ना इंज महसूस कराउंदा है कि अंदर बहुत वड्डी तादाद दे विच सैना बैठी हुई है। आलम सिंह नचना ने जकारा लाया, 45 ਸਿੰਘਾਂ ने उसका जवाब दिता, तो इहो जी गरजवी आवाज़ दे विच जकारा दिता
एक बार आसमान गूंज उठिया। बाहर सैना नूं इस गल का भुलेखा पै गया कि भुलेखे च ना रिओ, अंदर घट्टो घट्ट दे 10,000 के करीब सिंह जरूर होणगे अंदर। बाहरों सैना नूं भुलेखा पै गया, ये छोटे मोटे नहीं अंदर होगी टीम, अंदर घट्टो घट्ट हज़ारां की तादाद दे विच सिख होणगे, कोई थोड़े नहीं होणगे। जिद्दां दे इन्हां दी जयकारे की गूंज आई है, जिद्दां इन्हां दी आवाज़ आई है, लगदा ही नहीं कि 2-4 जाने होणगे, नहीं लगता। उन्होंने जकारियां के उपर अपना नाम रखा, जकारे लाउंदे रहे। नाहर खां अपने घोड़े के उपर चढ़िया, कुछ सैना नूं उन्हें नाल लिया, मैं हथों हथी जाके मैं गुरु गोबिंद सिंह नूं पकड़ लवां, पर जो जकारा सुनिया पिछे हो गया। घोड़े तो उतर के फिर हौली हौली दबे पैरी फिर गढ़ी वाल नूं वधिया नाहर खां। ये नाहर खां वो है जिहड़ा मलेरकोटले का शेर मुहम्मद खां सी ना, जिन्हें छोटे साहिबजादियां दे हक विच हा दा नारा मारिया सी, ये उहदा भरा है नाहर खां। ये नाहर खां अगे वधिया, पौड़ी लगी हुई सी गढ़ी नूं बाहर वारी, वो पौड़ी के उपर चढ़ना शुरू किया, उन्हें डंडे डंडी हुंदा गया। गुरु गोबिंद सिंह सच्चे पातशाह सारे सिंघां दे जथेबंदियां बना के उन्हां दे मोर्चों के उपर खड़े करके गुरु गोबिंद सिंह जी आप सब तो उपर सिखरली जिहड़ी उत्थे ममटी के उपर जाके गुरु गोबिंद सिंह जी बैठे सन, खड़े सन, वो सारा माहौल तक रहे सन दूर तक, तो उसे ममटी में पौड़ी लगी हुई सी। नाहर खां पौड़ी दे राही गया, उपर चढ़िया, जदों बडेरे तो उन्हें सिर उपर नूं चक्या, गुरु गोबिंद सिंह नूं पता सी कि नाहर खां उपर आ रहा। उधरों गुरु गोबिंद सिंह ने थोड़ा जिहा पिछे हट के चिला चाड़ लिया, भाव तीर कमान के उपर कस लिया। जदों सामने आया नाहर खां, सिर उपर चक्या, खिच के तीर चलाया गुरु गोबिंद सिंह ने, नाहर खां की पुड़पड़ी दे विचों दी जा निकलिया। नाहर खां उपरों ही पौड़ियां तो थले डिग के राम नाम सत हो गया, मारिया गया, खत्म हो गया, वो नहीं लभा। फिर उस तो बाद दूजा आया, दूजा सी गणी खां। ये गणी खां होर है, मुगलों का जरनैल से। एक गणी खां नबी खां वो होर ने, वो गुरु के प्यारे ने। ये मुगलों की सैना दे विच सी गणी खां। ये गणी खां भी आया, फिर इन्हें पौड़ी उपर चढ़ी कि चलो मैं हुण चढ़दा, गुरु गोबिंद सिंह का तीर मार के परे हो गया होगा, वो किहड़ा उत्थे खड़ा है। एक ये भी चढ़िया उपर, जदों चढ़दा गया इन्हें भी आपदी जदों सिर उपर बाहर कढ़िया, गुरु गोबिंद सिंह के हथ दे विच गुरज सी, गुरज इन्नी क तेज नाल चलाया कि सिर पाट के वो भी थले डिग पिया। तीजा फिर चढ़न लगा, उन्हें सोचा कि मेरे 2 जरनैल गुरु गोबिंद सिंह ने मार दिते, हुण जे मैं चढ़िया किते मेरा भी ना भोग पै जे। वो चढ़न तो पहला ही कंध का आले दुआले सहारा लैंदा होया, उहदा नाम इतिहास ने ख्वाजा महदूद लिखिया। वो ख्वाजा महदूद फिर तीजा नंबर पर चढ़ तो लगा सी, पर डर गया। उन्हें कंध के आले दुआले ना सहारा जा लैके पर इनू खिसक गया, वो डरदा ही परे हो गया। इस गल का जिक्र गुरु गोबिंद सिंह सच्चे पातशाह ने जफरनामे दे विच जदों चिट्ठी लिखी ना औरंगजेब नूं, उहदे विच भी लिखिया कि तेरा नाहर खां मैं चित कीता, तेरा मैं गणी खां मैं चित कीता, पर तीजा तेरा जरनैल भी पौड़ी चढ़ लगा सी, आया तो नहीं, जे किते वो भी मेरे सामने आ जाता तो एक तीर मैं उन्होंने भी बख्श दिंदा, मैं एक तीर उहदे भी चला दिंदा। ये गल गुरु गोबिंद सिंह ने जफरनामे दे विच लिखी। होया कि बाकी सारे जरनैल दे विच हाहाकार मच गई कि उन्हां दे मेन जिहड़े 3 जरनैल सी वो तां खत्म हो गए, ते हुण कीता की जावे, कुछ समय बाद जिहड़ी मुगल सेना सी पिछे हट गई। गुरु गोबिंद सिंह ने अंदरों एक सिंघां दा जथा भेजिया बाहर नूं, एक सिंघां नूं तैयार किया। एक वो जथा फिर चमकौर की गढ़ी तो बाहर निकलिया, मेन गेट के उपर मेन का दरवाजा सी गढ़ी का, उस दे उपर 4 सिंघां की ड्यूटी लगी हुई सी, मदन सिंह ते कोठा सिंह, कोई काठा सिंह भी लिखता है, मदन सिंह ते काठा सिंह, दूजे सन शेर सिंह ते नाहर सिंह। ये 4 सिंघां की ड्यूटी गुरु गोबिंद सिंह ने दरवाजे के उपर भी लाई हुई सी। खैर गुरु गोबिंद सिंह सच्चे पातशाह जी ने उन्होंने ड्यूटी लाई कि हुण जथे ने बाहर निकलना, दरवाजा खोल दो। जदों 5 सिंघां का जथा, पहला जथा चमकौर की गढ़ी चों बाहर निकलिया, दरवाजा खोल दिता गया, जथा बाहर निकल गया, दरवाजा बंद कर दिता गया। 5 ने अलग अलग रस्तियां दे उत्तों दी हो के मुगलों नूं घेरा पाया, क्योंकि अलग अलग, क्योंकि एक जगह ते जांदे ते नुकसान ज़्यादा होना सी,
ਸਿੰਘ ਸ਼ਹੀਦ ਛੇਤੀ ਹੋ ਸਕਦੇ ਸੀ, ਮੁਗਲਾਂ ਦਾ ਨੁਕਸਾਨ ਘੱਟ ਹੋਣਾ ਸੀ। ਇਸ ਕਰਕੇ ਪੰਜਾਂ ਨੇ ਅਲੱਗ-ਅਲੱਗ ਜਗ੍ਹਾ ਦੇ ਉੱਪਰੋਂ ਜਾ ਕੇ ਇਹਨਾਂ ਦੇ ਨਾਲ ਜੰਗ ਲੜਨੀ ਸ਼ੁਰੂ ਕੀਤੀ। ਇਹੋ ਜਿਹੀ ਗਹਿ ਗੱਚ ਲੜਾਈ ਹੋਈ। ਇੱਕ ਇੱਕ ਸਿੰਘ ਨੇ ਕਈ ਸਿੰਘਾਂ ਨੂੰ ਮਾਰਨ ਦੀ ਇੱਕ ਤਕੀਦ ਰੱਖੀ, ਇੱਕ ਇੱਛਾ ਰੱਖੀ ਕਿ ਵੱਧ ਤੋਂ ਵੱਧ ਮੁਗਲਾਂ ਨੂੰ, ਜਰਨੈਲਾਂ ਨੂੰ ਖਤਮ ਕਰਨਾ ਹੈ। ਉਹ ਤੀਰ ਵਾਹੁੰਦੇ ਗਏ, ਤਲਵਾਰਾਂ ਚਲਾਉਂਦੇ ਗਏ, ਘੋੜਿਆਂ ਦੇ ਉੱਪਰ ਵੱਧ ਤੋਂ ਵੱਧ ਅੱਗੇ ਨੂੰ ਅੱਗੇ ਵੱਧਦੇ ਗਏ। ਉਹ ਪੰਜੇ ਸਿੰਘ ਜਿਹੜੇ ਪਹਿਲੇ ਜਥੇ ਦੇ ਵਿੱਚ ਗਏ, ਪਹਿਲੇ ਜਥਾ ਕਈ ਮੁਗਲਾਂ ਨੂੰ ਖਤਮ ਕਰਨ ਤੋਂ ਬਾਅਦ ਉਹ ਪੰਜਾਂ ਸਿੰਘਾਂ ਦਾ ਜਿਹੜਾ ਪਹਿਲਾ ਜਥਾ ਸੀ ਉਹ ਖਤਮ ਹੋ ਗਿਆ, ਸ਼ਹੀਦ ਹੋ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਸਾਰਾ ਮਾਹੌਲ ਉੱਪਰੋਂ ਮਮਟੀ ਤੋਂ ਤੱਕ ਕੇ। ਸਿੰਘ ਕੋਲ ਆਏ, ਪਾਤਸ਼ਾਹ ਮੁਗਲਾਂ ਦਾ ਘੇਰਾਬੰਦੀ ਬਹੁਤ ਜ਼ਿਆਦਾ ਹੈ, ਤੁਸੀਂ ਇੰਜ ਕਰੋ, ਵਕਤ ਹੈ ਦੋਨਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਇੱਥੋਂ ਗੜੀ ਚੋਂ ਬਾਹਰ ਨਿਕਲ ਜਾਓ, ਅਸੀਂ ਇਹਨਾਂ ਨਾਲ ਸੰਭਾਲ ਲਵਾਂਗੇ। ਜੇ ਅਸੀਂ ਇੱਥੇ ਸ਼ਹੀਦ ਵੀ ਹੋ ਜਾਵਾਂਗੇ ਤਾਂ ਕੋਈ ਚੱਕਰ ਨਹੀਂ, ਪਰ ਤੁਹਾਡਾ ਇੱਥੋਂ ਨਿਕਲਣਾ ਜ਼ਰੂਰੀ ਹੈ। ਪਾਤਸ਼ਾਹ ਕਹਿੰਦੇ ਨਹੀਂ ਨਹੀਂ, ਸਾਹਿਬਜ਼ਾਦਿਆਂ ਨੂੰ ਕਿਉਂ ਲੈ ਕੇ ਨਿਕਲਣਾ ਹੈ? ਤੁਸੀਂ ਜਿੰਨੇ ਸਿੰਘ ਹੋ ਨਾ ਸਾਰੇ ਮੇਰੇ ਹੀ ਸਾਹਿਬਜ਼ਾਦੇ ਹੋ। ਕਿਹੜੇ ਕਿਹੜੇ ਸਾਹਿਬਜ਼ਾਦਿਆਂ ਨੂੰ ਲੈ ਕੇ ਬਾਹਰ ਨਿਕਲੂੰਗਾ ਮੈਂ? ਤੁਸੀਂ ਮੇਰੇ ਜਾਣ ਤੋਂ ਪਿਆਰੇ ਸਿੰਘ ਹੋ, ਤੁਸੀਂ ਮੇਰਾ ਇਸ ਔਖੇ ਵਕਤ ਦੇ ਵਿੱਚ ਵੀ ਤੁਸੀਂ ਮੇਰਾ ਸਾਥ ਦੇ ਰਹੇ ਹੋ, ਮੈਂ ਤੁਹਾਨੂੰ ਛੱਡ ਕੇ ਭੱਜ ਜਾਵਾਂ? ਮੈਂ ਐਸਾ ਨਹੀਂ ਕਰਾਂਗਾ। ਗੁਰੂ ਗੋਬਿੰਦ ਸਿੰਘ ਨੇ ਕੀਤਾ ਕਿ ਅਜੀਤ ਸਿੰਘ ਆਇਆ, ਸਾਰੇ ਸਿੰਘਾਂ ਨੇ ਵੇਖਿਆ ਕਮਾਲ ਹੈ ਜਿਗਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ। ਇਸ ਸਮੇਂ ਦੇ ਵਿੱਚ ਵੀ, ਇਸ ਵਕਤ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਨੇ ਇਸ ਮੈਦਾਨੇ ਜੰਗ ਦੇ ਵਿੱਚ ਡਟੇ ਖੜੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਾਬਾ ਅਜੀਤ ਸਿੰਘ ਨੂੰ ਬੁਲਾਇਆ ਹੈ। ਬਾਬਾ ਅਜੀਤ ਸਿੰਘ ਨੂੰ ਕਿਹਾ ਕਿ ਹੁਣ ਤੂੰ ਜਥਾ ਲੈ ਕੇ ਗੜੀ ਵੱਲ ਨੂੰ ਵਧਣਾ ਹੈ। ਉਹਨੇ ਵੀ ਹੱਥ ਜੋੜ ਕੇ ਕਿਹਾ, ਪਾਤਸ਼ਾਹ ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਜੀਤਾ ਵੀ ਗਿਆ ਤਾਂ ਜੀਤ ਕਰ ਨਹੀਂ ਆਊਂਗਾ। ਇਹ ਗੱਲ ਕਹਿ ਕੇ ਪਾਤਸ਼ਾਹ ਦੇ ਕੋਲੋਂ ਅਸੀਸ ਮੰਗੀ ਹੈ, ਤਿਆਰੀ ਕੀਤੀ ਹੈ, ਘੋੜਾ ਤਿਆਰ ਕੀਤਾ ਹੈ, ਤਲਵਾਰ ਤਿਆਰ ਕੀਤੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲੋਂ ਅਸੀਸ ਲਈ, ਪੰਜ ਸਿੰਘਾਂ ਨੂੰ ਨਾਲ ਲਿਆ, ਪੰਜ ਸਿੰਘਾਂ ਨੂੰ ਲੈ ਕੇ ਜਕਾਰਾ ਛੱਡ ਕੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਵਿਦਾ ਕੀਤਾ ਹੈ। ਗੜੀ ਦਾ ਦਰਵਾਜ਼ਾ ਖੁੱਲ੍ਹਿਆ ਹੈ। ਜਦੋਂ ਬਾਬਾ ਅਜੀਤ ਸਿੰਘ ਚਮਕੌਰ ਦੀ ਗੜੀ ਵੱਲ ਨੂੰ ਵੱਧ ਰਹੇ ਨੇ, ਮੁਗਲਾਂ ਦੇ ਵਿੱਚ ਇੱਕ ਹਲਚਲ ਫੇਰ ਪੈਦਾ ਹੋਈ ਕਿ ਗੁਰੂ ਕਾ ਸਾਹਿਬਜ਼ਾਦਾ ਆ ਰਿਹਾ ਹੈ, ਵੱਡਾ ਸਾਹਿਬਜ਼ਾਦਾ ਹੈ, ਇਹਨੂੰ ਹੱਥੋਂ ਹੱਥੀ ਪੈ ਜਾਓ, ਬਾਕੀ ਸਿੰਘਾਂ ਨੂੰ ਕੁਝ ਦੋ ਚਾਰ ਸਿੰਘ ਭਾਵੇਂ ਫੜ ਲਿਓ, ਕਤਲ ਕਰ ਦਿਓ, ਪਹਿਲਾਂ ਇਹਦੀ ਘੇਰਾਬੰਦੀ ਕਰੋ। ਛੋਟੇ ਉਹਨਾਂ ਚਾਰੇ ਸਾਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਨੇ ਸ਼ਸਤਰ ਵਿੱਦਿਆ ਪਹਿਲਾਂ ਦਿੱਤੀ ਹੋਈ ਸੀ, ਉਹਨਾਂ ਨੂੰ ਪਹਿਲਾਂ ਹੀ ਲੜਨ ਦੀ ਜਾਚ ਸਿਖਾਈ ਹੋਈ ਸੀ, ਉਹਨਾਂ ਨੂੰ ਤੀਰਾਂ ਦਾ ਮੁਕਾਬਲਾ ਕਰਨ ਦੀ, ਉਹਨਾਂ ਨੂੰ ਤਲਵਾਰਬਾਜ਼ੀ, ਉਹਨਾਂ ਨੂੰ ਨੇਜਾਬਾਜ਼ੀ, ਘੋੜਸਵਾਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਛੋਟੀ ਉਮਰ ਤੋਂ ਹੀ ਤਿਆਰੀ ਕਰਾਈ ਹੋਈ ਸੀ। ਵਕਤ ਇਹੋ ਜਿਹਾ ਆਉਣਾ ਹੈ ਅਜੀਤ ਸਿੰਘ ਕਿ ਤੂੰ ਇਕੱਲਾ ਹੋਵੇਂਗਾ, ਤੇਰੇ ਆਲੇ ਦੁਆਲੇ ਘੇਰਾਬੰਦੀ ਹੋਊਗੀ, ਇਸ ਕਰਕੇ ਤਿਆਰ ਹੋ ਜਾ ਲੜਨ ਵਾਸਤੇ। ਅੱਜ ਉਹ ਵਕਤ ਆਇਆ ਸੀ ਚਮਕੌਰ ਦੀ ਗੜੀ ਵਿੱਚ। ਬਾਬਾ ਅਜੀਤ ਸਿੰਘ ਘੋੜੇ ਦੇ ਉੱਪਰ ਚੜ੍ਹੇ ਨੇ, ਮੈਦਾਨੇ ਜੰਗ ਵੱਲ ਹੋ ਤੁਰੇ। ਮੁਗਲਾਂ ਨੇ ਇੱਕਦਮ ਉਹਦੇ ਉੱਪਰ ਹਮਲਾ ਕੀਤਾ। ਬਾਬਾ ਅਜੀਤ ਸਿੰਘ ਤਲਵਾਰ ਚਲਾਉਂਦੇ ਗਏ, ਜਿੱਥੇ ਚੱਲਦੀ ਚਲਾਈ ਗਏ, ਬੜੇ ਹੀ ਸੈਨਾਂ ਨੂੰ ਉਹਨਾਂ ਨੇ ਖਤਮ ਕੀਤਾ। ਇੱਕ ਤੀਰ ਪਠਾਨ ਨੇ ਇਹੋ ਜਿਹਾ ਖਿੱਚ ਕੇ ਚਲਾਇਆ ਕਿ ਮੈਂ ਜਲਦੀ ਤੋਂ ਜਲਦੀ ਅਜੀਤ ਸਿੰਘ ਨੂੰ ਢਹਿ ਢੇਰੀ ਕਰਕੇ ਰੱਖ ਦੇਵਾਂ, ਮਾਰ ਦੇਵਾਂ। ਬਾਬਾ ਅਜੀਤ ਸਿੰਘ ਤੀਰਾਂ ਦਾ ਮੁਕਾਬਲਾ ਕਰਨ ਦੀ ਜਾਚ ਸੀ, ਉਹ ਸਾਈਡ 'ਤੇ ਹੋਣ ਕਰਕੇ ਉਹ ਤੀਰ ਉਹਨਾਂ ਦੇ ਘੋੜੇ ਨੂੰ ਜਾ ਲੱਗਾ, ਘੋੜਾ ਜ਼ਖਮੀ ਹੋ ਗਿਆ, ਡਿੱਗ ਗਿਆ। ਬਾਬਾ ਅਜੀਤ ਸਿੰਘ ਜੀ ਹੁਣ ਬਿਨਾਂ ਘੋੜੇ ਤੋਂ ਮੈਦਾਨ ਦੇ ਜੰਗ ਵਿੱਚ ਲੜਨਾ ਸ਼ੁਰੂ ਕੀਤਾ। ਉਹਨਾਂ ਨੇ ਤਲਵਾਰ ਇੰਨੀ ਕੁ ਤੇਜ਼ ਚਲਾਈ, ਇੰਨੇ ਕੁ ਤੇਜ਼ ਚਲਾਉਣ ਕਰਕੇ ਕਿਰਪਾਨ ਸੀ ਜਿਹੜੀ ਉਹ ਟੁੱਟ ਗਈ। ਫਿਰ ਬਾਬਾ ਅਜੀਤ ਸਿੰਘ ਨੇ ਨੇਜਾ ਲਿਆ, ਨੇਜੇ ਦੇ ਨਾਲ ਫਿਰ ਆਲੇ ਦੁਆਲੇ ਸਾਰੇ ਸੈਨਾ ਦੇ ਆਹੁ ਲਾਉਣੇ ਸ਼ੁਰੂ ਕੀਤੇ। ਉਹਨਾਂ ਨੇ ਇਕੱਲੇ ਇਕੱਲੇ ਮੁਗਲਾਂ ਦੇ ਨਾਲ ਉਹਨਾਂ ਨੇ ਟੱਕਰ ਲਈ, ਨੇਜਾ ਵੀ ਟੁੱਟ ਗਿਆ। ਇੱਥੋਂ ਤੱਕ ਔਰੰਗਜ਼ੇਬ ਦੇ ਸਮੇਂ ਇੱਕ ਅਖਬਾਰ ਚੱਲਦਾ ਸੀ, ਉਸ ਅਖਬਾਰ ਦੇ ਵਿੱਚ ਉਹਨੇ ਜ਼ਿਕਰ ਕੀਤਾ ਕਿ ਅਜੀਤ ਸਿੰਘ ਜਦੋਂ ਸ਼ਹੀਦ ਹੋਇਆ ਨਾ, ਤੇ ਅਜੀਤ ਸਿੰਘ ਦੇ ਸਰੀਰ ਦੇ ਵਿੱਚ 326 ਦੇ ਕਰੀਬ ਫੱਟ ਲੱਗੇ ਹੋਏ ਸਨ। ਪੂਰੇ ਸਰੀਰ ਦੇ ਵਿੱਚ 326 ਦੇ ਕਰੀਬ ਡੂੰਘੇ ਫੱਟ ਲੱਗੇ ਹੋਏ ਸਨ। ਜਦੋਂ ਉਹਨੂੰ ਚੈੱਕ ਕੀਤਾ, ਉਹਨੂੰ ਵੇਖਿਆ ਮੁਗਲ ਸੈਨਾ ਨੇ, ਕੋਈ ਛੋਟੇ ਮੋਟੇ ਫੱਟ ਨਹੀਂ ਹੁੰਦੇ, ਉਹ ਵੀ ਠੰਡ ਦਾ ਸਮਾਂ ਹੋਵੇ, ਭੁੱਖਣ ਭਾਣੇ ਹੋਣ, ਵਕਤ ਇਹੋ ਜਿਹਾ ਹੋਵੇ, ਨਾ ਆਰਾਮ ਹੋਇਆ ਹੋਵੇ, ਤੇ 326 ਦੇ ਕਰੀਬ ਫੱਟ ਲੱਗ ਜਾਣ ਸਰੀਰ ਦੇ ਉੱਪਰ, ਕਿੱਦਾਂ ਦਾ ਸਰੀਰ ਹੋ ਜਾਏਗਾ, ਨਿਢਾਲ ਹੋ ਜਾਂਦਾ ਸਰੀਰ। ਪਰ ਫਿਰ ਵੀ ਉਹ ਬੜੀ ਬੇਬਾਕੀ ਦੇ ਨਾਲ ਲੜੇ।
बाबा अजीत सिंह तलवार चलाउंदियां तलवार टुट गई, नेजा चलाउंदियां नेजा टुट गया। मुगलों ने इक्के-दम आके हमला किया, बाबा अजीत सिंह नूं घेरा पा लिया। मुगल ज़्यादा होने करके बाबा अजीत सिंह दे पेट दे विच तलवारां चला दित्तियां, तीर खुब गए, नेजे खुब गए। बाबा अजीत सिंह चमकौर की गढ़ी दे विच शहीद हो गए, हेठां डिग पे। ममटी के उपर खड़े हुए गुरु गोबिंद सिंह सच्चे पातशाह ने उत्तों खड़ के उच्ची जोर नाल जकारा लाया, अज मेरा वड्डा बेटा शहीद हो गया। जदों जकारे का जवाब जिहड़ा मिलिया, ਸਿੰਘਾਂ ने सत श्री अकाल कह के लाया ना, बाकी जिहड़ा अगला जथा जाना सी उहदे विच एक नवां जोश सी, नवीं हिम्मत सी, नवां एक जनून सी लड़न दा कि हुण मैं आप जावांगा। जदों ਸਿੰਘਾਂ ने आके फिर बेनती की, पातशाह अजीत सिंह तो शहीद हो गया, हुण तुसीं इंज करो जुझार सिंह नूं लैके इत्थों निकल जाओ, असीं इत्थे बाकियां लड़ लवांगे। फिर क्या? पातशाह कहंदे नहीं, ऐसा नहीं। खुद आके जुझार सिंह ने हाथ जोड़े, पल्ला पाया, पातशाह मैनू भी जान की इजाजत दिओ। बेटे को शहादत मिली, देखा जो पिसर ने, तूफान बपा गम से किया दिदारे तर ने। इस वक्त कहा नन्हे से मासूम पिदर ने। कितनी उम्र सी? 14 साल। किहदी? बाबा जुझार सिंह दी। बाबा अजीत सिंह जदों शहीद होए उन्हां दी उम्र 18 साल है, टीन एज चल रही अजे। हुण बाबा जुझार सिंह दी वारी सी, 14 साल की उम्र है, अजे 14 साल की उम्र दे विच दाढ़ी भी नहीं आउंदी चंगी तरह। 18 साल की उम्र दे विच भी चंगी तरह बहुतिआं नूं दाढ़ी नहीं आउंदी, प्रकाश नहीं हुंदा दाढ़ी दा जी। पर 14 साल की उम्र, बाबा जुझार सिंह ने आके कहा पातशाह मैनू भी हुण जंग वास्ते इजाजत दिओ, मैं भी तुरना चाहना, मैं भी जाना चाहना है। इस वक्त कहा नन्हे से मासूम पिदर ने, रुखसत हमें दिलवाओ पिता जाएंगे मरने। भाई से बिछड़ कर जीना नहीं आता, सोना नहीं खाना नहीं पीना नहीं आता। क्योंकि दोनों नूं इक्को जी तरह की ट्रेनिंग दिती सी, दोनों भरावां दा आपसी बड़ा प्यार सी। दोनों नूं गुरु गोबिंद सिंह सच्चे पातशाह ने इन्ने क प्यार ममता दे नाल पालिया सी, इकट्ठियां सारा कुछ कीता सी। जे मरन भेजिया तो इकट्ठियां नूं मरन भी भेजिया सी। एक इतिहास की वो मिसाल पैदा होंदी है कि दुनिया दे विच किसी भी तरह का सिकंदर वर्गियां ने जंगां कीतियां, पोरस वर्गियां ने जंगां कीतियां, नादिर शाह वर्गियां ने जंगां कीतियां ने, कदी हिटलर वर्गियां ने कितना कुछ कीता है। पर किसी के इतिहास दे विच ये जिक्र नहीं कदे भी मिलेगा कि बाहर 10 लाख की घेरा होवे ते अंदर 40 सिंह होण। किते भी इतिहास दे विच तुहानूं किसी पासों नहीं मिलेगा। किसी का भी इतिहास खोल मारो, और इक्को एक ऐसा इतिहास सी जिस इतिहास ने पन्ने पलट के रख दिते सी। बाबा जुझार सिंह आया सामने, उन्हें कहा कि पातशाह मैनू दिओ इजाजत, मैं जाना चाहना है। 5 ਸਿੰਘਾਂ ਨੂੰ नाल कीता, अपने हथी गुरु गोबिंद सिंह ने उन्होंने मत्थे के उपर कलगी सजाई है, सिर के उपर कलगी सजाई, आप उन्होंने किरपान दी है, आप उन्होंने सब कुछ तैयार किया है। गुरु गोबिंद सिंह सच्चे पातशाह ने कि जाओ पुत हुण तुहाडी वारी है, तुसीं जाओ। कवि अल्ला यार खां जोगी जिहा भी उन्हां दी शायरी जिहड़ी है वो बड़ी बाकमाल है। इस चलदे प्रसंग दे विच जदों उसनूं सुणदे आ पढ़दे आ बड़ा कुछ सामने आउंदा है। बाबा जुझार सिंह नूं आवाज़ मारी गुरु गोबिंद सिंह सच्चे पातशाह ने, की कहा? ले आओ तन पाक पे, आ पुत मैं तेरे पवित्र तन ते हथियार सजा दूं। छोटी सी कमान, छोटी सी कमान, नन्ही सी तलवार सजा दूं। हम देते हैं खंजर, उसे शमशीर समझना। नेजों की जगह ते तुम दादा का तीर समझना। आ पुत तेनों नेजा दे के लगा है, ये कला नेजा ही नहीं है, ये समझ ली कि तेरे दादे गुरु तेग बहादुर पातशाह का तेनों बख्शिया होया तीर है। इस तीर के नाल तू दुश्मन दे आऊ लाने ने। नेजों की जगह दादा का तुम तीर समझना। जितने मरे उससे उन्हें बेपीर समझना। समझ लवी कि इन्होंने जुल्म किया सी ते मारे गए, खत्म हो गए। जख्म आए तो रोना नहीं, दिलगीर समझना। भाव अपने आप को वड्डियां भागां वाला समझ लेना। जे जख्म लग जान, जे फट लग जान, अपने आप को कमजोर ना समझी। सामने हो के शहादत दे देवी, मर जावी। पर मैं हुण की चाहना है?
मैं की चाहना है तेरे तो, मैं बस यही चाहना है, मैं वेखना चाहना है, ख्वाहिश है कि तुम्हें तेग चलाते हुए देखें, हम आंख से तुम्हें बरछी खाते हुए देखें। ये दो बोल कह के गुरु गोबिंद सिंह सच्चे पातशाह ने अपने दूजे साहिबजादे बाबा जुझार सिंह नूं मैदाने जंग वाल तोरिया है। 5 ਸਿੰਘਾਂ ਦਾ जथा ਉਹਦੇ ਨਾਲ ਜਾਂਦਾ है मैदाने जंग विच। उन्होंने भी फिर 5 ਸਿੰਘ गए ने, 5 ने अलग अलग रस्तियां ਦੇ ਉੱਪਰੋਂ ਦੀ ਜਾ ਕੇ ਇਹਨਾਂ ਨੂੰ ਹਮਲਾ ਕੀਤਾ। 5 ने अलग अलग जगह ਤੇ ਜਾ ਕੇ ਮੁਗਲਾਂ ਨੂੰ ਘੇਰਾਬੰਦੀ ਪਾਈ, ਘੇਰੇ ਦੇ ਵਿੱਚ ਲਿਆ। फिर उधरों आवाज़ां आईयां, वजीर खान ने ऐलान किया, ਇਹ ਸਾਹਿਬਜ਼ਾਦਾ दूजा है गुरु गोबिंद सिंह ਦਾ, ਇਹਨੂੰ भी मार ਦਿਓ, ਇਹਨੂੰ भी ਛੱਡਿਓ ना ਜਿਉਂਦਾ, घेरा पा लवो ਇਹਨੂੰ भी आले दुआले। मुगल सैना इक्के दम टुट गई, तीरां की इक्के दम तेज वारस हुई। बाबा जुझार सिंह ने हाथ दे विच तलवार फड़ी सी, घोड़े के उपर चढ़े, पूरी तेज बिजली की तार दे नाल इहो जी तेजी दे नाल वाई कि थोड़े समय दे विच सैकड़ियां की तादाद दे विच मुगलों को खत्म किया उन्हें कुछ पलों दे विच, क्योंकि समा सीमित हुंदा उदों। कुछ समय दे विच सैकड़ियां की तादाद दे विच मुगलों को उन्हें खत्म किया है। नेजे दे नाल उन्होंने तीरां नूं भुन दिता। फिर उही हाल होया, घोड़ा जख्मी हो गया। बाबा जुझार सिंह घोड़े तो थले उतरे ने, नेजे दे नाल हुण सीधी टक्कर हुई है, क्योंकि गतका जिहड़ा खेड सिखाया सी ना गुरु गोबिंद सिंह ने, हुण इत्थे मैदाने जंग विच होना है। जदों आपां गल पढ़दे आ, सुणदे आ, 1.25 लाख से एक लड़ाऊं, उत्ते 1.25 लाख नाल लड़न दा मतलब यही सी निकलदा कि तुहाडे सामने तुसीं अपना टारगेट 1.25 लाख का रखना है कि जदों तुसीं मार लगे हो 1.25 लाख नूं मार के आउणा है। तुसीं एक टारगेट सी। हुण तुसीं मैदाने जंग 'च चले गए, तुसीं उत्थे हुण सैकड़ियां नूं मारो, 200 मारन, 500 मारन, 1000 मारन, वो वक्री गल है। पर टारगेट जदों वड्डा दे दिता जाए ना, फिर निशाना वड्डे वल हुंदा है। जे उन्हां नूं पहिलां कह दिता कि तुसीं 100 मारने ने, हो सकदा 10 ना मरदे। टारगेट जो वड्डा होवे ना, घट्टो घट्ट जो टारगेट तक ना पहुंचा जाए तो करीब तो हो जाता ना बंदा। एक तरीका सी गुरु साहब का। 1.25 लाख की जिक्र किया कि तुसीं 1.25 लाख के नाल टक्कर लै सकते हो, पर भावें कि किसी भी सिंह ने 1.25 लाख नाल मार तो नहीं सके 1.25 लाख नूं, पर सैकड़ियां की तादाद दे विच एक एक सिंह ने जरूर जख्मी कर दिते, आत्म होए करके सुट दिते सी कईयां ने। बाबा जुझार सिंह नेजे दे नाल लड़दियां होइयां वो भी शहादत का जाम पी गए ने। दोने साहिबजादे चमकौर की गढ़ी दे विच उत्थे शहीद हुंदे ने। कवि अल्लाह यार खां जोगी फिर इत्थे आके एक बोल लिखदा है, 10-20 को जख्मी किया, 10-20 को मारा, एक हमले में एक एक ने 21 को मारा, खनास को मारा, कभी इबलीस को मारा, गुल मच गया, एक तिफल ने 40 को मारा। तिफल कहते बच्चा, बच्चा एक बच्चे ने 40 नूं मार दिता। किदां ने गिनती की, कहते 10-20 को मारा, 10 ते 20 भाव 30 हो गए। 10-20 को जख्मी किया, 10-20 को मारा, 30 ते 30 60। गिनती देखियो किदां अल्लाह यार खां जोगी ने की। 10-20 को जख्मी किया, 10-20 को मारा, एक हमले में एक एक ने 21 को मारा। 5 सिंह गए सी, एक एक ने एक हमले दे विच, एक हल्ले दे विच 21 खत्म किया। खनास को मारा, कभी इबलीस को मारा, कभी जरनैलों नूं मारिया, कभी पठाणा नूं मारिया। गुल मच गया, तूफान खड़ा हो गया एकदम चमकौर की गढ़ी दे विच। किवें? कहंदे गुल मच गया, एक तिफल ने 40 को मारा। पहला 60 दे नाल गल होई, फिर 21 तक गल पहुंची, 81 तक पहुंचे, फिर 81 तो अगे फिर 40 तक की गिनती आई। कुछ समय दे विच, अख झपकण दे समय दे विच कहंदे उन्होंने सैकड़े बंदियां नूं खत्म करके रख दिता सी। बाबा जुझार सिंह ने ऐसी तेजी दे नाल तलवार चलाई है कि एक छिण पल दे विच, कुछ समय दे विच, कुछ लिमिटेड दे टाइम दे विच बाबा जुझार सिंह ने सैकड़ियां की तादाद दे विच मुगलों को खत्म कर दिता। गुल मच गया, एक तिफल ने 40 को मारा। इतने में खुदंग आके लगा। खुदंग कहते तीर नूं। इतने में
खुदंग आके लगा जिगर में, सीने दे विच कहंदे कि ऐसी तेजी दे नाल तीर आया कि वह बाबा जुझार सिंह दे छोटा जिहा उम्र 14 साल दी कितना को सीना होवेगा, किन्नी को वड्डी वो छाती होएगी। एक तीर इन्नी क तेजी दे नाल आया कि बाबा जुझार सिंह दी छाती दे आर पार हो गया। इतने में खुदंग आके लगा हाय जिगर में, या तीर कलेजे में जा लगा, काटा गल तर में। जदों तीर बाबा जुझार सिंह की छाती के आर पार लंघिया, हथ दे विच उस वेले किरपान आ गई बाबा जुझार सिंह दे, ते कोल एक पठान खड़ा सी। इन्नी क तेजी दे नाल चलाया कि तीर डिगदियां, तीर लगा होने के बावजूद जमीन ते डिगण तो पहला पहला एक अपने हाथ की तलवार दे नाल कोल खड़े 2-3 पठाणा नूं झटका के ते फिर जमीन ते डिगा। बाबा जुझार सिंह ने इन्नी तेजी दे नाल आके वो सब कुछ वो वेख्या। बाबा जुझार सिंह भी इन्ने तीर खाण तो बाद भी वो भी चमकौर की गढ़ी दे विच शहीद हो गया। गुरु गोबिंद सिंह सच्चे पातशाह ने दूजे साहिबजादे नूं अपने अखीं शहीद हुंदा वेख लिया सी। ममती दे खड़े गुरु गोबिंद सिंह पातशाह ने फिर दूजी वार जकारा लाया। जवाब दे विच सिंघां ने सत श्री अकाल कह के आसमान फिर गूंजन ला दिता। ये जंग बाबा पहला जथा, फिर दूजा बाबा अजीत सिंह का जथा, फिर तीजा जथा, एक अद्धे घंटे जी घटना प्रसंग सुनाया कि अद्धे घंटे थोड़ा खत्म हो गया। एक दिन पूरा चलिया यो, सवेर तो लैके शाम तक जंग मचिया सी। भटवइयां ने इत्थों तक का जिक्र किया कि बाबा अजीत सिंह पौने 5 घंटे लगातार लड़े ने, बाबा अजीत सिंह ते बाबा जुझार सिंह 4.25 घंटे तो 4.5 घंटे के दरम्यान इन्ना लंबा समा बाबा जुझार सिंह ने जंग की है। 4 घंटे लगातार जंग होनी ते 5 घंटे लगातार जंग होनी, कितना कुछ हो गया होगा उदों, किदां दे हालात। लगातार जंग चल रही है, लगातार किरपान खड़क रही है, लगातार नेजे चल रहे हैं, लगातार गोलियां चल रही ने, आले दुआले दुश्मन ने घेरा पाया पिया है। हुण जान का कोई पता नहीं कि बचना कि नहीं बचना। इन्ना भटवइयां ने इत्थों तक का समा लिख दिता कि पौने 5 घंटे बाबा अजीत सिंह लड़े ने, 4.25 तो 4.5 के करीब घंटे बाबा जुझार सिंह ने जंग की है। इस तरह लंबा जंग चलिया, सारा दिन वो जंग हुंदा रहा। शामां पै गईयां, सोदार का समा होया है। गुरु गोबिंद सिंह सच्चे पातशाह ने गढ़ी दे विच शाम नूं सोदार की चौकी लाई है। बाकी मुगल थक हार के, ठंड का समा सी, भुखण भाणे, बाकी जरनैल रात का समा होया, शाम का समा होया ते बैठ गए रंग आपो अपनी झोंपड़ियां दे विच जा वड़े। तंबू लगे हुए सी, अंदर जा वड़े। शाम नूं सोदार की चौकी लगी, रह रास होई। पातशाह ने पाठ किया ते सिंघां दे नाल गलबात की, सलाह की कि अगला दिन जदों चढ़ेगा ना, अगला दिन हुण अगला जथा लैके मैं जावांगा। किन्ने कहा? गुरु गोबिंद सिंह पातशाह ने। पातशाह कहंदे कल नूं अगला जथा लैके मैं जावांगा। गुरु पातशाह नूं सिंघां ने जदों सुनिया ना, ते सिंह कहंदे पातशाह नहीं, तुसीं ना जाओ, तुहाडे अगे हथ बन के असीं बेनती करते हैं, तुसीं ये जथा लैके ना जाओ, असीं चले जावांगे, असीं तुहानूं बेनती करते हैं, तुसीं अगला जथा लैके ना जाओ। हो सकता है वक्त है तुसीं रातों रात निकल जाओ, इलाकिਆਂ ਦੇ ਵਿੱਚ तुसीं जाओगे, हज़ारां की तादाद ਦੇ ਵਿੱਚ सिख तां पैदा कर लवोगे। पातशाह जे असीं भी बच के गए जां असीं बाहर निकले, असीं रल के भी हज़ारां सिख एक गुरु गोबिंद सिंह पैदा नहीं कर सकते, पर पातशाह जी जदों तुसीं जाओगे ना, तुहाडे एक बोल ने लखां की तादाद दे विच सिंह पैदा कर देने ने। हज़ारां घड़े रल के एक घुमियार पैदा नहीं कर सकते, एक घुमियार हज़ारां घड़े तां पैदा कर सकता है। पातशाह तुसीं इत्थों निकल जाओ। पातशाह कहंदे फिर जे निकलना है ना, ऐदां नहीं निकलना। फिर अज 23 दसंबर है, 23 दसंबर नूं वड्डे साहिबजादियां दी शहीदी हुंदी है, ते अगला दिन जदों चढ़दा है, उस दिन चढ़दे विच भी नवें फिर इतिहास सिरजे जांदे ने। रात का समा होया, गुरु गोबिंद सिंह सच्चे पातशाह ने शब्द
ਚੌਂਕੀ ਜਿਹੜੀ ਲਾਈ ਸੋਦਰ ਦੀ। ਉਸ ਤੋਂ ਬਾਅਦ 4 ਤੀਰ ਛੱਡੇ ਨੇ ਗੁਰੂ ਗੋਬਿੰਦ ਸਿੰਘ ਨੇ ਜਰਨੈਲਾਂ ਵੱਲ। ਪਹਿਲਾ ਤੀਰ ਛੱਡਿਆ ਖਵਾਜਾ ਮਰਦੂਦ ਵੱਲ, ਜਿਸ ਦਾ ਨਾਮ ਸੀ ਖਵਾਜਾ ਮਹਿਦੂਦ। ਉਹ ਤੀਰ ਇੰਨੀ ਕੁ ਤੇਜ਼ੀ ਨਾਲ ਜਾ ਪਹੁੰਚਿਆ ਤੇ ਉਹਦੀ ਪੇਟੀ ਦੇ ਵਿੱਚ, ਭਾਵ ਜਿੱਥੇ ਬੈਲਟ ਲਾਉਣੇ ਆਪਾਂ, ਉਹ ਪੇਟੀ ਦੇ ਵਿੱਚ ਜਾ ਕੇ ਲੱਗਾ। ਦੂਜਾ ਤੀਰ ਛੱਡਿਆ ਵਜ਼ੀਰ ਖਾਨ ਦੇ ਘੋੜੇ ਵੱਲ ਨੂੰ, ਤੇ ਉਹਦੇ ਜਿਹੜਾ ਤੀਰ ਛੱਡਦੇ ਸੀ ਨਾਲ ਗੁਰੂ ਗੋਬਿੰਦ ਸਿੰਘ ਜੀ ਇੱਕ ਚਿੱਠੀ ਨਾਲ ਲਿਖ ਕੇ ਭੇਜਦੇ ਸੀ। ਤੇ ਵਜ਼ੀਰ ਖਾਨ ਨੂੰ ਚਿੱਠੀ ਲਿਖ ਕੇ ਭੇਜੀ ਕਿ ਜੇ ਤੂੰ ਕਸਮ ਖਾ ਕੇ ਵੀ ਬੇਈਮਾਨੀ ਕਰੇ ਤਾਂ ਇਹ ਗੱਲ ਦੱਸੀ, ਤੇਰੀ ਕਸਮ ਕਹਿੰਦੀ ਹੈ, ਤੇਰੀ ਕੁਰਾਨ ਕਹਿੰਦੀ ਹੈ ਕਿ ਜਿਹੜਾ ਬੰਦਾ ਕਸਮ ਖਾ ਕੇ ਬੇਈਮਾਨੀ ਕਰੇ ਉਹ ਦੋਜ਼ਖ ਦੇ ਵਿੱਚ ਜਾਂਦਾ ਹੈ। ਤੂੰ ਦੱਸ ਜਾਏਗਾ ਕਿ ਨਹੀਂ ਜਾਏਗਾ, ਜਿਹਨੇ ਝੂਠ ਬੋਲਿਆ। ਫਿਰ ਤੀਜਾ ਤੀਰ ਛੱਡਿਆ ਗੁਰੂ ਗੋਬਿੰਦ ਸਿੰਘ ਨੇ ਲਾਹੌਰ ਦੇ ਸੂਬੇ ਜ਼ਬਰਦਸਤ ਖਾਂ ਵੱਲ। ਉਹਨੂੰ ਵੀ ਚਿੱਠੀ ਲਿਖ ਕੇ ਭੇਜੀ, ਉਹਨੂੰ ਕਿਹਾ ਕਿ ਤੂੰ ਵੀ ਕੁਰਾਨ ਦੀ ਕਸਮ ਖਾ ਕੇ ਮੁੱਕਰ ਗਿਆ ਹੈ, ਤੂੰ ਦੱਸ ਹੁਣ ਕਿੱਦਾਂ ਦਾ ਨਰਕ ਭੋਗਣਾ ਚਾਹੁੰਦਾ ਹੈ ਤੂੰ। ਫਿਰ ਚੌਥਾ ਤੀਰ ਛੱਡਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਜਮੇਰ ਚੰਦ ਦੀ ਲੱਤ ਦੇ ਵਿੱਚ ਵੱਜਾ, ਤੇ ਉਹਦੇ ਵਿੱਚ ਚਿੱਠੀ ਦੇ ਵਿੱਚ ਕਿਹਾ ਕਿ ਆਹ ਤੀਰ ਮੈਂ ਤੇਰੀ ਲੱਤ ਦੇ ਵਿੱਚ ਮਾਰਨਾ ਸੀ, ਇੱਕ ਗੱਲ ਯਾਦ ਰੱਖੀ, ਜਿਹੜਾ ਤੀਰ ਤੇਰੀ ਲੱਤ ਦੇ ਵਿੱਚ ਵੱਜਾ ਤੈਨੂੰ ਸਾਰੀ ਉਮਰ ਉੱਠਣ ਵਾਸਤੇ ਨਹੀਂ ਤਿਆਰ ਨਹੀਂ ਕਰੇਗਾ, ਤੈਨੂੰ ਤੂੰ ਸਾਰੀ ਉਮਰ ਉੱਠ ਨਹੀਂ ਸਕਦਾ। ਪਾਤਸ਼ਾਹ ਨੇ 4 ਤੀਰ ਛੱਡੇ ਨੇ। ਵਕਤ ਆਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਿੰਘਾਂ ਨੇ ਕਿਹਾ, ਪਾਤਸ਼ਾਹ ਤੁਸੀਂ ਇੱਥੋਂ ਨਿਕਲ ਜਾਓ ਰਾਤ ਨੂੰ। ਰਾਤ ਦਾ ਵਕਤ ਹੋਇਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਫਿਰ ਇੱਦਾਂ ਨਹੀਂ ਨਿਕਲਣਾ, ਕਿਉਂਕਿ ਗਿਣਤੀ ਦੇ ਕੁਝ ਸਿੰਘ ਬਚ ਗਏ ਮਗਰ। ਫਿਰ ਮਗਰ ਭਾਈ ਸੰਗਤ ਸਿੰਘ ਨੂੰ ਉਸ ਚਮਕੌਰ ਦੀ ਗੜੀ ਦੇ ਵਿੱਚ ਕਲਗੀ ਦਿੱਤੀ ਹੈ। ਭਾਈ ਵੈਸੇ ਬਾਬਾ ਸੰਗਤ ਸਿੰਘ ਦੀ ਜਿਹੜੀ ਸ਼ਹੀਦੀ ਹੁੰਦੀ ਹੈ ਉਹ 24 ਦਸੰਬਰ ਦਾ ਹੈ, ਸਹੀ ਡੇਟ ਜਿਹੜੀ। ਇਹਨਾਂ ਤਰੀਕਾਂ ਅੱਗੇ ਪਿੱਛੇ ਕਰ ਦਿੱਤੀਆਂ, ਅੱਜ ਉਹਦਾ ਜ਼ਿਕਰ ਕੀਤਾ ਜਾ ਰਿਹਾ ਹੈ। ਚਲੋ ਖੈਰ, ਇਤਿਹਾਸ ਹੈ, ਆਪਾਂ ਯਾਦ ਰੱਖਣਾ ਹੈ ਉਸ ਨੂੰ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਾਬਾ ਸੰਗਤ ਸਿੰਘ ਨੂੰ ਕਲਗੀ ਦਿੱਤੀ ਹੈ, ਪੁਸ਼ਾਕ ਪਹਿਨਾਈ ਹੈ, ਆਪ ਉਹਦੇ ਲਿਬਾਸ ਉਹਨਾਂ ਦਾ ਆਪਦਾ ਪਾ ਲਿਆ। ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਿਕਲੇ ਨੇ, ਪਰ ਇਕੱਠੇ ਨਹੀਂ ਨਿਕਲੇ, ਅਲੱਗ-ਅਲੱਗ ਜਗ੍ਹਾ ਵੱਲ ਨੂੰ ਨਿਕਲੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 3 ਜਗ੍ਹਾ ਵਾਲੇ ਪਾਸੇ ਭਾਈ ਦਇਆ ਸਿੰਘ ਨੇ ਇੱਕ ਪਾਸੇ, ਦੂਜੇ ਧਰਮ ਸਿੰਘ ਇੱਕ ਪਾਸੇ, ਤੀਜੇ ਮਾਨ ਸਿੰਘ ਇੱਕ ਪਾਸੇ। ਤਿੰਨਾਂ ਨੇ ਜਾ ਕੇ ਅਲੱਗ-ਅਲੱਗ ਜਗ੍ਹਾ ਤੋਂ, ਅੱਧੀ ਰਾਤ ਹੋਈ ਹੈ, ਮੁਗਲ ਆਰਾਮ ਨਾਲ ਸੁੱਤੇ ਪਏ ਨੇ, ਇੱਕ ਜਗ੍ਹਾ ਦੇ ਉੱਪਰ ਤਾੜੀਆਂ ਮਾਰੀਆਂ ਹੈ, ਉੱਚੀ ਸਾਰੀ ਤਾੜੀ ਮਾਰ ਕੇ ਇਹ ਕਹਿਣ ਲੱਗ ਪਏ ਕਿ ਗੁਰੂ ਗੋਬਿੰਦ ਸਿੰਘ ਗੜੀ ਛੱਡ ਕੇ ਜਾ ਚੁੱਕਾ ਹੈ, ਜੇ ਕਿਸੇ ਦੇ ਵਿੱਚ ਹਿੰਮਤ ਹੈਗੀ ਹੈ ਤੇ ਪਕੜ ਲਓ। ਇੱਧਰੋਂ ਆਵਾਜ਼ ਆਈ, ਮੁਗਲ ਅਫੜਦਾਹ ਦੇ ਵਿੱਚ ਉੱਠੀ, ਕਾਲੀ ਦੇ ਵਿੱਚ ਉੱਠੀ ਤੇ ਅੱਧੀ ਇੱਧਰ ਨੂੰ ਜਾ ਪਹੁੰਚੀ। ਦੂਜੇ ਪਾਸੇ ਭਾਈ ਦਇਆ ਸਿੰਘ ਨੇ ਆਵਾਜ਼ ਮਾਰੀ, ਉਹਨੇ ਵੀ ਕਿਹਾ ਕਿ ਉੱਚ ਦਾ ਪੀਰ ਗੁਰੂ ਗੋਬਿੰਦ ਸਿੰਘ ਇੱਥੋਂ ਨਿਕਲ ਗਏ ਨੇ, ਜੇ ਕਿਸੇ 'ਚ ਹਿੰਮਤ ਹੈਗੀ ਤੇ ਫੜ ਲਓ। ਇੱਧਰੋਂ ਵੀ ਆਵਾਜ਼ ਆਈ, ਅੱਧੇ ਮੁਗਲ ਇੱਧਰੋਂ। ਫਿਰ ਤੀਜੇ ਪਾਸਿਓਂ ਆਵਾਜ਼ ਆਈ, ਉਹਨਾਂ ਨੇ ਵੀ ਆਵਾਜ਼ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਨਿਕਲ ਚੁੱਕੇ ਨੇ, ਫੜਨਾ ਹੈ ਤੇ ਫੜ ਲਵੋ। ਤਿੰਨਾਂ ਪਾਸਿਆਂ ਤੋਂ ਆਵਾਜ਼ ਆਈ, ਮੁਗਲ ਪਾਟ ਗਈ, ਅਲੱਗ-ਅਲੱਗ ਸੈਨਾ ਜਿਹੜੀ ਖਿੰਡ ਗਈ। ਜਦੋਂ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਤੇ ਸਿੰਘ ਆਪੋ ਆਪਣੇ ਰਾਹ ਨੂੰ ਪੈ ਗਏ, ਨਿਸ਼ਾਨੇ ਦੱਸ ਦਿੱਤੇ ਕਿ ਕਿੱਧਰ ਨੂੰ ਪਹੁੰਚਣਾ ਹੈ, ਕਿਹੜਾ ਪਾਸਾ ਪਕੜਨਾ ਹੈ, ਹੁਣ ਉੱਧਰਲੇ ਪਾਸੇ ਨੂੰ ਨਿਕਲ ਗਏ। ਅੱਧੀ ਰਾਤ ਹੋਈ ਸੀ, ਮੁਗਲ ਸੈਨਾ ਆਪਸ ਦੇ ਵਿੱਚ ਹੀ ਲੜ ਮਰ ਕੇ ਖਤਮ ਹੋ ਗਈ। ਕਿੰਨੀ ਸੈਨਾ ਅੱਧੀ ਰਾਤ ਵੀ ਮਰ ਗਈ। ਅਗਲਾ ਦਿਨ ਚੜ੍ਹਿਆ ਨਾ, ਜਦੋਂ ਵੇਖਿਆ ਮੁਗਲਾਂ ਨੇ, ਤੇ ਉਹਦਿਆਂ ਦੇ ਆਪਣੀ ਸਿਪਾਹੀ, ਉਹਨਾਂ ਦੇ ਆਪਣੀ ਸੈਨਾ ਕਿੰਨੀ ਖਤਮ ਹੋਈ ਪਈ ਸੀ, ਜਿਉਂਦੀ ਉਹਨਾਂ ਦੇ ਵਿੱਚੋਂ ਇੰਨਾ ਕੋਈ ਬਚਿਆ। ਤੇ ਇਸ ਕਰਕੇ ਬੇਅੰਤ ਸਿੰਘਾਂ ਨੇ ਉਦੋਂ ਸ਼ਹੀਦੀਆਂ ਦਿੱਤੀਆਂ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਨਾਲ। ਬੇਅੰਤ ਸਿੰਘਾਂ ਨੇ ਵੀ ਉਦੋਂ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਨੇ। ਅਗਲਾ ਜੋ ਪ੍ਰਸੰਗ ਹੈ ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰ ਜੀ ਕਿਰਪਾ ਕਰਨ, ਰਹਿਮਤਾਂ ਕਰਨ, ਭੁੱਲ ਚੁੱਕ ਦੀ ਖਿਮਾ, ਅਦਬ ਸਤਿਕਾਰ ਸਹਿਤ ਅਸੀਸ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।